Hello students, today we will discuss some important question answer of 12th class poem An Elementary School Classroom in a Slum, written by Stephen Spender. These are very important questions that can be asked in your final examination. Let's start. Your first question is, what do you think is the color of sour cream? ਤੁਸੀਂ ਕੀ ਸੋਚਦੇ ਹੋ ਜੋ ਕਲਰ ਹੈ sour cream ਕਲਰ ਹੁੰਦਾ ਹੈ ਉਹ ਕੀ ਹੁੰਦਾ ਹੈ? Why do you think the poet has used this expression to describe the classroom walls? ਅਤੇ ਤੁਸੀਂ ਇਹ ਕਿਉਂ ਸੋਚਦੇ ਹੋ ਕਿ ਪੋਇਟ ਨੇ ਇਹ ਐਕਸਪ੍ਰੈਸ਼ਨ ਕਿਉਂ ਯੂਜ਼ ਕੀਤਾ ਹੈ ਜੋ ਕਲਾਸਰੂਮ ਦੀਆਂ ਵਾਲਸ ਹਨ ਉਹਨਾਂ ਨੂੰ ਡਿਸਕ੍ਰਾਈਬ ਕਰਨ ਦੇ ਲਈ ਇਹ ਐਕਸਪ੍ਰੈਸ਼ਨ ਕਿਉਂ ਯੂਜ਼ ਕੀਤਾ ਹੈ? ਸੌਰ ਕਰੀਮ ਇਜ਼ ਯੈਲੋਇਸ਼ ਕਰੀਮ ਕਲਰ। ਜੋ ਸੌਰ ਕਰੀਮ ਕਲਰ ਹੁੰਦਾ ਹੈ ਉਹ ਕੀ ਹੁੰਦਾ, ਇੱਕ ਪੀਲਾ ਜਿਹਾ ਕਰੀਮ ਕਲਰ ਹੁੰਦਾ ਹੈ। sour cream is a stale cream and so it tastes sour। sour cream ਕੀ ਹੁੰਦਾ, ਇੱਕ stale cream, ਜਿਵੇਂ ਆਪਾਂ ਕਹਿ ਦਈਏ ਨਾ ਇੱਕ ਬੇਹਾ ਜਿਹਾ cream and so it tastes sour, ਤੇ ਇਸ ਦਾ ਸੁਣਨ ਵਿੱਚ ਹੀ ਕਿਸ ਤਰ੍ਹਾਂ ਲੱਗਦਾ ਇੱਕ ਜਿਵੇਂ ਇੱਕ ਖੱਟਾ ਜਿਹਾ ਟੇਸਟ ਹੋਵੇ। ਜਿਵੇਂ ਇਹ ਗੱਲ ਕਰੀਏ ਨਾ ਕੋਈ ਚੀਜ਼ ਜਿਵੇਂ ਆਪਾਂ ਕਹਿੰਦੇ ਆ ਕਿ ਇਹ ਖਰਾਬ ਹੋ ਚੁੱਕੀ ਹੈ ਅਤੇ ਖੱਟੀ ਹੋ ਚੁੱਕੀ ਹੈ, ਮੀਨਸ ਉਹ ਖਰਾਬ ਹੋ ਗਈ ਹੈ। ਇਹ ਕੀ ਹੈ, ਗੱਲ ਕਿਹਦੀ ਹੋ ਰਹੀ ਹੈ, ਕਿਹੜੀਆਂ ਵਾਲਸ ਦੀ ਗੱਲ ਹੋ ਰਹੀ ਹੈ? ਇਹ ਇੱਕ ਜੋ ਸਲਮ ਏਰੀਆਜ਼ ਦੇ ਵਿੱਚ ਹੈ ਨਾ ਐਲੀਮੈਂਟਰੀ ਸਕੂਲ, ਉਸ ਦੀਆਂ ਵਾਲਸ ਦੀ ਗੱਲ ਹੋ ਰਹੀ ਹੈ, ਕਿਉਂਕਿ ਇਹ ਗੱਲ ਕਲੀਅਰ ਹੈ ਇੱਥੇ ਕਿ ਇਹ ਗਰੀਬ ਲੋਕਾਂ ਦਾ ਇੱਕ ਸਕੂਲ ਹੈ, ਗਰੀਬ ਬੱਚਿਆਂ ਦੇ ਲਈ। ਸਲਮ ਏਰੀਆਜ਼ ਦੇ ਜੋ ਬੱਚੇ ਹਨ ਉਹਨਾਂ ਦੇ ਲਈ ਸਕੂਲ ਹੈ ਇਹ, ਤੇ ਉਸ ਸਕੂਲ ਦੇ ਵਿੱਚ ਉਹਨਾਂ ਦੀਵਾਰਸ ਦੇ ਵਿੱਚ ਕੀ ਹੈ ਜੋ ਰੰਗ ਕੀਤਾ ਹੋਵੇਗਾ ਕਾਫੀ ਲੰਮਾ ਸਮਾਂ ਹੋ ਗਿਆ ਹੋਵੇਗਾ, ਕਿਉਂਕਿ ਇਸ ਪੂਰੀ ਪੋਇਮ ਦੇ ਵਿੱਚ ਪੋਇਟ ਨੇ ਇਹੀ ਸ਼ੋਅ ਕੀਤਾ ਨਾ ਕਿ ਇਹਨਾਂ ਬੱਚਿਆਂ ਦੇ ਵੱਲ, ਜੋ ਸਲਮ ਏਰੀਆ ਦੇ ਬੱਚੇ ਹਨ, ਇਹਨਾਂ ਦੇ ਵੱਲ ਬਹੁਤ ਘੱਟ ਧਿਆਨ ਦਿੱਤਾ ਜਾਂਦਾ ਹੈ, ਇਹਨਾਂ ਦੀ ਐਜੂਕੇਸ਼ਨ ਵੱਲ ਬਹੁਤ ਘੱਟ ਧਿਆਨ ਦਿੱਤਾ ਜਾਂਦਾ ਹੈ। ਤੇ ਜੋ ਦੀਵਾਰਾਂ ਹਨ ਇਹਨਾਂ ਨੂੰ ਸਫੇਦੀ ਕਰਾਈ ਨੂੰ ਪਤਾ ਹੀ ਨਹੀਂ ਕਿੰਨਾ ਟਾਈਮ ਹੋ ਗਿਆ ਹੋਵੇਗਾ, ਤੇ ਇਹ ਕੀ ਹੋ ਚੁੱਕੀਆਂ ਹਨ, ਖਰਾਬ ਹੋ ਚੁੱਕੀਆਂ ਹਨ, ਤੇ ਉਹ ਪੀਲਾ ਹੋ ਚੁੱਕਾ ਹੈ ਰੰਗ। ਜੋ ਸਫੇਦੀ ਕਰਵਾਈ ਹੋਵੇਗੀ ਨਾ ਉਹ ਕੀ ਹੋ ਚੁੱਕੀ ਹੈ, ਪੀਲੀ ਹੋ ਚੁੱਕੀ ਹੈ, ਤੇ ਦੀਵਾਰਾਂ ਖਰਾਬ ਹੋ ਚੁੱਕੀਆਂ ਹਨ। ਇਟ ਇਜ਼ ਸਪੋਇਲਡ ਐਂਡ ਲੁਕਸ ਡਲ। ਇਹ ਕੀ ਲੱਗਦਾ ਹੈ, ਰੰਗ ਹੈ ਜੋ ਦੀਵਾਰਾਂ ਦਾ ਖਰਾਬ ਹੋ ਚੁੱਕਾ ਹੈ ਤੇ ਡਲ ਜਿਹਾ ਲੱਗਦਾ ਹੈ। The walls look dirty and their color has turned yellow cream। ਇਹ ਦੀਵਾਰਾਂ ਕੀ ਹੋ ਚੁੱਕੀਆਂ ਹਨ, ਗੰਦੀਆਂ ਹੋ ਚੁੱਕੀਆਂ ਹਨ, ਅਤੇ ਇਹਨਾਂ ਦਾ ਜੋ ਕਲਰ ਹੈ ਉਹ ਕੀ ਹੈ, ਯੈਲੋ ਕਰੀਮ ਹੋ ਚੁੱਕਾ ਹੈ। ਵਾਈਟ ਤੋਂ ਕੀ ਹੋ ਚੁੱਕਾ ਹੈ, ਯੈਲੋ ਕਰੀਮ। They are not fresh and clean। ਇਹ ਫਰੈਸ਼ ਨਹੀਂ ਹਨ ਅਤੇ ਕਲੀਨ ਨਹੀਂ ਹਨ, ਕਿਉਂਕਿ ਸਮਾਂ ਪਾ ਕੇ ਕੀ ਹੋ ਚੁੱਕੀਆਂ, ਖਰਾਬ ਹੋ ਚੁੱਕੀਆਂ ਹਨ। ਨੈਕਸਟ ਕੁਐਸਚਨ ਇਜ਼, The walls of the classroom are decorated with the pictures of Shakespeare। ਜੋ ਦੀਵਾਰਾਂ ਹਨ ਕਲਾਸਰੂਮ ਦੀਆਂ ਉਹ ਕਿਵੇਂ ਡੈਕੋਰੇਟ ਕੀਤੀਆਂ ਗਈਆਂ ਹਨ, ਵਿਦ ਦ ਪਿਕਚਰਸ ਆਫ ਸ਼ੇਕਸਪੀਅਰ। ਬਿਲਡਿੰਗਸ ਵਿਦ ਡੋਮਸ। ਹੁਣ ਇਹ ਵੇਖੋ ਬਿਲਡਿੰਗਸ ਕਿਹੋ ਜਿਹੀਆਂ ਹਨ, ਉੱਥੇ ਜੋ ਦੀਵਾਰਾਂ ਦੇ ਉੱਤੇ ਤਸਵੀਰਾਂ ਲੱਗੀਆਂ ਹੋਈਆਂ ਹਨ ਨਾ ਉਹਦੇ ਵਿੱਚ ਕਿਹੋ ਜਿਹੀਆਂ ਬਿਲਡਿੰਗਸ ਦਿਖਾਈਆਂ ਗਈਆਂ ਹਨ, ਡੋਮਸ ਵਾਲੀਆਂ। ਡੋਮਸ ਕੀ ਹੁੰਦੇ ਆ, ਬੰਦ ਹੁੰਦੇ ਆ, ਜੋ ਟੈਂਪਲਸ ਵਗੈਰਾ ਦੇ ਉੱਪਰ ਹੁੰਦੇ ਆ ਜਾਂ ਗੁਰਦੁਆਰਾਸ ਵਗੈਰਾ ਦੇ ਉੱਪਰ ਜੋ ਡੋਮਸ ਹੁੰਦੇ ਆ, ਇਸ ਤਰ੍ਹਾਂ ਦੀਆਂ ਹਨ ਜੋ ਤਸਵੀਰਾਂ ਹਨ। ਵੀ ਬਹੁਤ ਸੁੰਦਰ ਇੱਕ ਦ੍ਰਿਸ਼ ਦਿਖਾਇਆ ਗਿਆ ਬਿਲਡਿੰਗਸ ਦਾ ਵੀ। ਵਰਡ ਮੈਪ ਹੈ। ਵਰਡ ਮੈਪ ਕੀ ਹੁੰਦਾ ਹੈ, ਜਿਸ ਦੇ ਵਿੱਚ ਕੀ ਹੈ ਵੀ ਸ਼ਾਇਦ ਸੰਸਾਰ ਦੀ ਕੋਈ ਏਰੀਆ ਛੱਡਿਆ ਹੀ ਨਹੀਂ ਗਿਆ, ਇਸ ਤਰ੍ਹਾਂ ਦਾ ਇੱਕ ਓਪਨ ਮੈਪ ਬਣਾਇਆ ਗਿਆ ਹੈ। ਵਰਡ ਮੈਪ ਹੈ, ਉਸ ਦੀ ਇੱਕ ਤਸਵੀਰ ਹੈ। ਐਂਡ ਬਿਊਟੀਫੁਲ ਵੈਲੀਜ਼, ਅਤੇ ਸੁੰਦਰ ਘਾਟੀਆਂ ਦੀਆਂ ਤਸਵੀਰਾਂ ਹਨ। ਕਲੀਅਰ। ਜੋ ਵਾਲਸ ਹਨ ਨਾ ਕਲਾਸਰੂਮ ਦੀਆਂ ਉਹ ਕਿਸ ਚੀਜ਼ ਨਾਲ ਡੈਕੋਰੇਟਡ ਹਨ, ਵਿਦ ਦ ਪਿਕਚਰਸ ਆਫ ਸ਼ੇਕਸਪੀਅਰ, buildings with domes, word maps and beautiful valleys। How do these contrasts with the word of these children। ਹੁਣ ਜੋ ਇਹ ਚੀਜ਼ਾਂ ਹਨ, ਜੋ ਤਸਵੀਰਾਂ ਹਨ, ਇਹ ਕਿਸ ਤਰ੍ਹਾਂ ਇੱਕ ਕੰਟਰਾਸਟ ਕਰਦੀਆਂ ਹਨ, ਇੱਕ ਕੀ ਹੈ ਵੀ ਦੋਨਾਂ ਦੇ ਵਿੱਚ ਕੀ ਹੈ, ਬਹੁਤ ਜ਼ਿਆਦਾ ਫਰਕ ਹੈ, ਵਿਰੋਧਾ ਭਾਵ ਹੈ ਦੋਨਾਂ ਦੇ ਵਿੱਚ। ਕਲੀਅਰ। ਇੱਕ ਤਾਂ ਇੰਨੀਆਂ ਸੁੰਦਰ ਤਸਵੀਰਾਂ ਹਨ, ਤੇ ਦੂਸਰਾ ਜੋ ਹੈ ਜੋ ਕੰਡੀਸ਼ਨ ਹੈ ਕਲਾਸ ਦੀ, ਜਾਂ ਇਹਨਾਂ ਬੱਚਿਆਂ ਦਾ ਜੋ ਸੰਸਾਰ ਹੈ, ਬੱਚਿਆਂ ਦੇ ਸੰਸਾਰ ਦੇ ਨਾਲ ਕਿਵੇਂ ਇਹ ਕੰਟਰਾਸਟ ਕਰ ਰਹੀਆਂ, ਉਹਨਾਂ ਦੇ ਵਿਰੋਧ ਕਿਵੇਂ ਹਨ, ਦੋਵੇਂ ਚੀਜ਼ਾਂ ਦੇ ਵਿੱਚ ਉਲਟ ਕਿਵੇਂ ਹਨ ਇਹ ਦੋਵੇਂ ਚੀਜ਼ਾਂ। The pictures on the walls indicate light, happiness, colors, beauty, knowledge। ਹੁਣ ਇਹ ਦੇਖੋ ਜੋ ਤਸਵੀਰਾਂ ਹਨ ਵਾਲਸ ਦੇ ਉੱਪਰ ਉਹ ਕੀ ਇੰਡੀਕੇਟ ਕਰ ਰਹੀਆਂ ਹਨ, ਕੀ ਇਸ਼ਾਰਾ ਕਰ ਰਹੀਆਂ ਹਨ, ਰੌਸ਼ਨੀ ਦਾ, ਲਾਈਟ ਦਾ। ਕਿਉਂਕਿ ਇੱਕ ਤਸਵੀਰ ਉਹ ਵੀ ਸੀ ਇੱਥੇ ਜੋ ਕੀ ਹੈ ਇੱਕ ਬਹੁਤ ਹੀ ਸਾਫ਼ ਕਲੀਅਰ ਮਾਰਨਿੰਗ ਦੀ ਤਸਵੀਰ ਦਿਖਾ ਰਹੀ ਹੈ। ਲਾਈਟ ਦਾ, ਹੈਪੀਨੈਸ, ਖੁਸ਼ੀ, ਕਲਰਸ, ਬਿਊਟੀ, ਨੌਲੇਜ। ਹੁਣ ਸ਼ੇਕਸਪੀਅਰ ਦੀ ਜੋ ਪਿਕਚਰ ਹੈ ਉਹ ਨੌਲੇਜ ਸ਼ੋਅ ਕਰ ਰਹੀ ਹੈ ਕਿ ਇੱਕ ਗਿਆਨਵਾਨ ਇਨਸਾਨ ਹੈ, ਜੋ ਪੜ੍ਹਿਆ ਲਿਖਿਆ ਇਨਸਾਨ ਹੈ, ਇਸ ਤਰ੍ਹਾਂ ਦਾ ਹੁੰਦਾ ਹੈ।
but the children in the classroom don't have such facilities in their life. ਪਰ ਜੋ ਬੱਚੇ ਹਨ ਕਲਾਸਰੂਮ ਦੇ ਵਿੱਚ ਉਹਨਾਂ ਕੋਲ ਤਾਂ ਇਹੋ ਜਿਹੀਆਂ ਫੈਸਿਲਿਟੀਜ਼ ਹੀ ਨਹੀਂ ਹਨ, ਇਹ ਸਹੂਲਤਾਂ ਹੀ ਨਹੀਂ ਹਨ ਜੋ ਤਸਵੀਰਾਂ ਵਿੱਚ ਦਿਖਾਈਆਂ ਗਈਆਂ ਹਨ. Their life is full of dark and there is no hope in their life. ਉਹਨਾਂ ਦਾ ਜੀਵਨ ਤਾਂ ਹਨੇਰੇ ਨਾਲ ਭਰਿਆ ਹੋਇਆ ਹੈ ਤੇ ਉਹਨਾਂ ਦੇ ਜੀਵਨ ਵਿੱਚ ਕਿਸੇ ਤਰ੍ਹਾਂ ਦੀ ਵੀ ਕੋਈ ਆਸ ਨਹੀਂ ਹੈ. A contrast has been shown by the pictures on the walls. ਇੱਕ ਕੰਟਰਾਸਟ ਸ਼ੋਅ ਕੀਤਾ ਗਿਆ ਹੈ, ਇੱਕ ਵਿਰੋਧਾ ਭਾਵ ਸ਼ੋਅ ਕੀਤਾ ਗਿਆ ਹੈ ਜੋ ਪਿਕਚਰਸ ਹਨ ਵਾਲਸ ਦੇ ਉੱਤੇ ਉਹਨਾਂ ਦੁਆਰਾ. ਐਂਡ the lives of these children. ਅਤੇ ਜੋ ਜੀਵਨ ਹੈ ਇਹਨਾਂ ਬੱਚਿਆਂ ਦਾ ਉਹਨਾਂ ਦੇ ਵਿੱਚ ਅਤੇ ਇੱਕ ਜੋ ਪਿਕਚਰਸ ਹਨ ਵਾਲਸ ਦੇ ਉੱਪਰ ਇਹਨਾਂ ਦੇ ਵਿੱਚ ਇੱਕ ਕੰਟਰਾਸਟ ਸ਼ੋਅ ਕੀਤਾ ਗਿਆ. ਕਲੀਅਰ? ਨੈਕਸਟ ਕੁਐਸਚਨ ਇਜ਼ what does the poet want for the children of the slums? ਹੁਣ ਜੋ ਕਵੀ ਹੈ ਪੋਇਟ ਹੈ ਉਹ ਕੀ ਚਾਹੁੰਦਾ ਹੈ ਇਹਨਾਂ ਬੱਚਿਆਂ ਦੇ ਲਈ ਜੋ ਸਲਮ ਚਿਲਡਰਨ ਹਨ ਉਹਨਾਂ ਦੇ ਲਈ ਕੀ ਚਾਹੁੰਦਾ ਹੈ? how can their lives be made to change? ਉਹਨਾਂ ਦਾ ਜੀਵਨ ਕਿਵੇਂ ਬਦਲਿਆ ਜਾ ਸਕਦਾ ਹੈ? the poet wants to take the children out from the slums. ਪੋਇਟ ਹੈ ਨਾ ਜੋ ਉਹ ਬੱਚਿਆਂ ਨੂੰ ਇਹਨਾਂ ਸਲਮਸ ਦੇ ਵਿੱਚੋਂ ਬਾਹਰ ਕੱਢਣਾ ਚਾਹੁੰਦਾ ਹੈ. ਇਹ ਗੱਲ ਯਾਦ ਰੱਖਣੀ ਹੈ. ਪੋਇਟ ਹੈ ਜੋ ਇਹਨਾਂ ਬੱਚਿਆਂ ਨੂੰ ਸਲਮਸ ਦੇ ਵਿੱਚੋਂ ਬਾਹਰ ਕੱਢਣਾ ਚਾਹੁੰਦਾ ਹੈ into the vast open seaside to give them a better life. ਪੋਇਟ ਕੀ ਚਾਹੁੰਦਾ ਹੈ? ਇਹ ਵੀ ਵਿਸ਼ਾਲ ਖੁੱਲੇ ਸਮੁੰਦਰ ਦੇ ਕਿਨਾਰੇ ਤੇ ਜਾਣ, ਗੋਲਡਨ ਰੇਤ ਦੇ ਉੱਪਰ ਚੱਲਣ. ਕਲੀਅਰ? ਮੀਨਸ ਕੀ ਹੈ? ਉਹ ਵੀ ਸੰਸਾਰ ਦੀਆਂ ਸਾਰੀਆਂ ਖੁਸ਼ੀਆਂ ਮਾਣਨ. ਇਹ ਚਾਹੁੰਦਾ ਹੈ, ਉਹਨਾਂ ਲਈ ਬੈਟਰ ਜੀਵਨ ਚਾਹੁੰਦਾ ਹੈ ਪੋਇਟ. the poor system in slums does not help in improving their condition. ਜੋ ਪੂਅਰ ਸਿਸਟਮ ਹੈ ਨਾ, ਮਾੜਾ ਸਿਸਟਮ ਹੈ ਉਸ ਸਲਮਸ ਦੇ ਵਿੱਚ, ਉਹ ਕੀ ਹੈ? ਉਹਨਾਂ ਦੀ ਕਿਸੇ ਵੀ ਗੱਲੋਂ ਕੀ ਹੈ ਸਹਾਇਤਾ ਨਹੀਂ ਕਰਦਾ, ਉਹਨਾਂ ਦੀ ਹਾਲਤ ਸੁਧਾਰਨ ਦੇ ਵਿੱਚ ਸਹਾਇਤਾ ਨਹੀਂ ਕਰਦਾ. ਹੀ ਫੀਲਸ ਦੈਟ ਗਵਰਨਮੈਂਟ ਸ਼ੁੱਡ. ਹੁਣ ਨੈਕਸਟ ਪਾਰਟ ਸੀ ਕੁਐਸਚਨ ਦਾ, ਹਾਊ ਕੈਨ ਦੇਅਰ ਲਾਈਵਸ ਬੀ ਮੇਡ ਟੂ ਚੇਂਜ? ਉਹਨਾਂ ਦਾ ਜੀਵਨ ਕਿਵੇਂ ਬਦਲਿਆ ਜਾ ਸਕਦਾ ਹੈ? ਤਾਂ ਕੀ ਕਵਾਂਗੇ? ਹੀ ਫੀਲਸ ਦੈਟ ਗਵਰਨਮੈਂਟ ਸ਼ੁੱਡ ਪ੍ਰੋਵਾਈਡ them a better life. ਪੋਇਟ ਕਹਿਣਾ ਹੈ ਨਾ ਕਿ ਗਵਰਨਮੈਂਟ ਨੂੰ ਕੀ ਹੈ ਉਹਨਾਂ ਨੂੰ ਇੱਕ ਬੈਟਰ ਲਾਈਫ ਪ੍ਰੋਵਾਈਡ ਕਰਵਾਉਣੀ ਚਾਹੀਦੀ ਹੈ. ਦੇ ਨੀਡ ਬੈਟਰ ਐਜੂਕੇਸ਼ਨ ਐਂਡ ਫਰੀਡਮ ਫਰੋਮ ਦ ਕਲੋਜ਼ਡ ਵਾਲਸ ਆਫ ਦ ਸਲਮਸ. ਉਹਨਾਂ ਨੂੰ ਕੀ ਚਾਹੀਦੀ ਹੈ? ਕਿਸ ਚੀਜ਼ ਦੀ ਜ਼ਰੂਰਤ ਹੈ? ਇੱਕ ਬੈਟਰ ਐਜੂਕੇਸ਼ਨ ਦੀ ਜ਼ਰੂਰਤ ਹੈ ਐਂਡ ਫਰੀਡਮ ਅਤੇ ਆਜ਼ਾਦੀ ਚਾਹੀਦੀ ਹੈ ਉਹਨਾਂ ਨੂੰ ਫਰੋਮ ਦ ਕਲੋਜ਼ਡ ਵਾਲਸ ਆਫ ਦ ਸਲਮਸ. ਜੋ ਇਹ ਬੰਦ ਦੀਵਾਰਾਂ ਹਨ ਨਾ ਸਲਮਸ ਦੀਆਂ, ਜਿਸ ਏਰੀਏ ਦੇ ਵਿੱਚੋਂ ਉਹ ਨਿਕਲ ਹੀ ਨਹੀਂ ਸਕਦੇ, ਇਹੀ ਏਰੀਆ ਹੈ ਉਹਨਾਂ ਦਾ, ਇੱਥੇ ਹੀ ਇਹੋ ਜਨਮ ਹੁੰਦਾ ਹੈ ਉਹਨਾਂ ਦਾ ਤੇ ਇਹਨਾਂ ਗੰਦੇ ਇਲਾਕਿਆਂ ਦੇ ਵਿੱਚ ਹੀ ਉਹਨਾਂ ਦੀ ਮੌਤ ਹੋ ਜਾਂਦੀ ਹੈ. ਪੋਇਟ ਕੀ ਚਾਹੁੰਦਾ ਹੈ? ਇਹ ਵੀ ਚੰਗੀ ਐਜੂਕੇਸ਼ਨ ਪ੍ਰਾਪਤ ਕਰਨ, ਚੰਗੇ ਜੋ ਸਹੂਲਤਾਂ ਆਮ ਲੋਕ ਹੋਰ ਪ੍ਰਾਪਤ ਕਰਦੇ ਹਨ ਇਹਨਾਂ ਨੂੰ ਵੀ ਸਾਰੀਆਂ ਸਹੂਲਤਾਂ ਮਿਲਣ. ਇਸ ਲਈ ਪੋਇਟ ਉਹਨਾਂ ਦੇ ਲਈ ਕੀ ਹੈ ਇੱਕ ਚੰਗਾ ਜੀਵਨ ਚਾਹੁੰਦਾ ਹੈ ਤੇ ਉਹ ਚਾਹੁੰਦਾ ਹੈ ਕਿ ਇਹਨਾਂ ਕਲੋਜ਼ਡ ਵਾਲਸ ਹਨ ਜੋ ਸਲਮਸ ਦੀਆਂ ਉਹਨਾਂ ਦੇ ਵਿੱਚੋਂ ਇਹ ਬੱਚੇ ਬਾਹਰ ਨਿਕਲਣ. ਨੈਕਸਟ ਕੁਐਸਚਨ ਹੈ what is the theme of the poem? ਇਸ ਪੋਮ ਦਾ ਥੀਮ ਕੀ ਹੈ, ਵਿਸ਼ਾ ਵਸਤੂ ਕੀ ਹੈ? ਵੀ ਸਾਨੂੰ ਇਸ ਪੋਮ ਤੋਂ ਪਤਾ ਕੀ ਲੱਗਦਾ ਹੈ? an elementary school classroom in a slum. ਇਸ ਪੋਇਮ ਤੋਂ ਸਾਨੂੰ ਕੀ ਪਤਾ ਲੱਗਦਾ ਹੈ? in this poem Spender shows the pitiable condition of slum children. ਇਸ ਪੋਮ ਵਿੱਚ ਜੋ ਸਟੀਫਨ ਸਪੈਂਡਰ ਹੈ ਉਹ ਕੀ ਸ਼ੋਅ ਕਰ ਰਿਹਾ ਹੈ? ਇੱਕ ਤਰਸਯੋਗ ਹਾਲਤ ਸ਼ੋਅ ਕਰ ਰਿਹਾ ਹੈ ਸਲਮ ਚਿਲਡਰਨ ਦੀ, who are victims of government's apathy. ਜੋ ਕਿ ਹਨ ਪੀੜਤ ਹਨ. ਵਿਕਟਿਮਸ ਕੀ ਹੁੰਦਾ ਹੈ? ਪੀੜਤ ਹੋਣਾ. ਕਲੀਅਰ? ਕਿਸ ਚੀਜ਼ ਦੀ ਪੀੜਤ ਹਨ ਉਹ? ਜੋ ਗਵਰਨਮੈਂਟ ਦੀ ਅਪੈਥੀ ਹੈ. ਅਪੈਥੀ ਕੀ ਹੁੰਦਾ ਹੈ? ਭੇਦਭਾਵ ਹੈ ਉਹਨਾਂ ਦਾ ਕਿ ਗਵਰਨਮੈਂਟ ਜੋ ਉਹਨਾਂ ਵੱਲ ਧਿਆਨ ਨਹੀਂ ਦਿੰਦੀ, ਇਸ ਚੀਜ਼ ਤੋਂ ਪੀੜਤ ਹਨ ਉਹ. ਹੀ ਪ੍ਰੈਜ਼ੈਂਟਸ ਸੋਸ਼ਲ ਇਨਜਸਟਿਸ. ਪੋਇਟ ਕੀ ਸ਼ੋਅ ਕਰਦਾ ਸਾਡੇ ਸਾਹਮਣੇ? ਸਮਾਜਿਕ ਇਨਜਸਟਿਸ ਹੈ ਜੋ ਇਨ ਦਾ ਪ੍ਰੈਜ਼ੈਂਟ ਸੋਸਾਇਟੀ, ਅੱਜ ਦੇ ਸਮਾਜ ਦੇ ਵਿੱਚ ਜੋ ਸਮਾਜਿਕ ਇਨਜਸਟਿਸ ਹੋ ਰਿਹਾ ਹੈ ਉਹ ਸ਼ੋਅ ਕਰ ਰਿਹਾ ਹੈ. The poem is a bitter criticism of the state of education. ਇਹ ਪੋਇਮ ਹੈ ਜੋ ਇੱਕ ਕੌੜਾ ਕ੍ਰਿਟਿਸਿਜ਼ਮ ਹੈ, ਆਲੋਚਨਾ ਹੈ ਕਿਸ ਚੀਜ਼ ਦੀ? of the state of education. ਜੋ ਐਜੂਕੇਸ਼ਨ ਦੀ ਹਾਲਤ ਹੈ ਨਾ ਉਸ ਚੀਜ਼ ਦੀ ਇਹ ਆਲੋਚਨਾ ਕਰ ਰਹੀ ਹੈ ਪੋਮ. in elementary schools in slum areas. ਜੋ ਐਲੀਮੈਂਟਰੀ ਸਕੂਲਸ ਹਨ ਸਲਮਸ ਏਰੀਆ ਦੇ ਵਿੱਚ, ਉੱਥੇ ਜੋ ਬੱਚਿਆਂ ਦੀ ਐਜੂਕੇਸ਼ਨ ਦੀ ਹਾਲਤ ਹੈ ਉਸ ਚੀਜ਼ ਦੀ ਆਲੋਚਨਾ ਇਹ ਪੋਮ ਕਰ ਰਹੀ ਹੈ. ਇਹ ਥੀਮ ਹੈ ਇਸ ਪੋਮ ਦਾ. ਕੀ ਥੀਮ ਹੈ? ਇੱਕ ਵਾਰ ਫੇਰ ਵੇਖਦੇ ਹਾਂ ਆਪਾਂ. ਸਟੀਫਨ ਸਪੈਂਡਰ ਕੀ ਸ਼ੋਅ ਕਰ ਰਹੇ ਹਨ? ਇੱਕ ਪਿਟੀਏਬਲ ਕੰਡੀਸ਼ਨ ਸ਼ੋਅ ਕਰ ਰਹੇ ਹਨ ਸਲਮ ਚਿਲਡਰਨ ਦੀ, ਜਿਹੜੇ ਕਿਸ ਚੀਜ਼ ਦੇ ਪੀੜਤ ਹਨ? ਗਵਰਨਮੈਂਟ ਦੀ ਅਪੈਥੀ ਤੋਂ. ਗਵਰਨਮੈਂਟ ਉਹਨਾਂ ਵੱਲ ਧਿਆਨ ਨਹੀਂ ਦਿੰਦੀ, ਇਸ ਚੀਜ਼ ਦੇ ਵਿਕਟਮ ਹਨ ਉਹ. ਹੀ ਪ੍ਰੈਜ਼ੈਂਟਸ ਸੋਸ਼ਲ ਇਨਜਸਟਿਸ ਇਨ ਦਾ ਪ੍ਰੈਜ਼ੈਂਟ ਸੋਸਾਇਟੀ. ਇਹ ਉਹ ਕੀ ਸਟੀਫਨ ਸਪੈਂਡਰ ਕੀ ਪੇਸ਼ ਕਰ ਰਹੇ ਹਨ? ਸਮਾਜਿਕ ਇਨਜਸਟਿਸ
ਸ਼ੋ ਕਰ ਰਹੇ ਹਨ ਜੋ ਸਮਾਜ ਦੇ ਵਿੱਚ ਫੈਲਿਆ ਹੋਇਆ ਹੈ। The poem is a bitter criticism of the state of education in elementary schools in slum areas. ਇਹ ਜੋ ਪੋਮ ਹੈ ਉਹ ਇੱਕ ਬਿਟਰ ਕੌੜਾ ਕ੍ਰਿਟਿਸਿਜ਼ਮ ਕਰ ਰਹੀ ਹੈ, ਆਲੋਚਨਾ ਕਰ ਰਹੀ ਹੈ ਐਜੂਕੇਸ਼ਨ ਦੀ ਹਾਲਤ ਦੀ ਜੋ ਐਲੀਮੈਂਟਰੀ ਸਕੂਲਸ ਇਨ ਸਲਮ ਏਰੀਆਜ਼ ਦੇ ਵਿੱਚ ਜੋ ਐਲੀਮੈਂਟਰੀ ਸਕੂਲਸ ਹਨ ਉੱਥੇ ਜੋ ਐਜੂਕੇਸ਼ਨ ਦਿੱਤੀ ਜਾਂਦੀ ਹੈ ਨਾ, ਉਸ ਚੀਜ਼ ਦੀ ਇਹ ਆਲੋਚਨਾ ਕਰ ਰਹੀ ਹੈ। ਨੈਕਸਟ ਕੁਐਸਚਨ ਇਜ਼ what picture of the slum children is depicted in the poem? ਇਸ ਪੋਮ ਵਿੱਚ ਜੋ ਸਲਮ ਚਿਲਡਰਨ ਹਨ ਉਹਨਾਂ ਦੀ ਕਿਹੋ ਜਿਹੀ ਤਸਵੀਰ ਸ਼ੋਅ ਕੀਤੀ ਗਈ ਹੈ। The condition of the children of elementary school in slum area is very pitiable. ਜੋ ਹਾਲਤ ਹੈ ਨਾ, ਕੰਡੀਸ਼ਨ ਹੈ ਬੱਚਿਆਂ ਦੀ ਐਲੀਮੈਂਟਰੀ ਸਕੂਲ ਇਨ ਸਲਮ ਏਰੀਆ, ਇਸ ਵਿੱਚ ਬੜੀ ਪਿਟੀਏਬਲ ਹਾਲਤ ਹੈ। Their hair is like wild weeds. ਉਹਨਾਂ ਦੇ ਵਾਲ ਕਿਹੋ ਜਿਹੇ ਹਨ? ਜੰਗਲੀ ਵੀਡਸ ਵਾਂਗ। ਵੀਡਸ ਕੀ ਹੁੰਦਾ ਹੈ? ਨਦੀਨ, ਜੰਗਲੀ ਨਦੀਨਾਂ ਦੇ ਵਾਂਗ ਹਨ। ਦੇ ਆਰ ਅੰਡਰਨੋਰਿਸ਼ਡ ਐਂਡ ਡਰਟੀ। ਉਹ ਕੀ ਅੰਡਰਨੋਰਿਸ਼ਡ ਕੀ ਹੁੰਦਾ ਵੀ ਉਹਨਾਂ ਨੂੰ ਚੰਗੀ ਤਰ੍ਹਾਂ ਖੁਰਾਕ ਨਹੀਂ ਮਿਲੀ ਹੋਈ, ਤਾਂ ਹੀ ਤਾਂ ਉਹ ਦਿਖਾਇਆ ਗਿਆ ਸੀ ਨਾ ਕਿ ਬੱਚਾ ਸੀ ਜੋ ਵਿੰਗੀਆਂ ਟੇਢੀਆਂ ਹੱਡੀਆਂ ਵਾਲਾ। ਉਹ ਜੋ ਸਰੀਰਕ ਬਿਮਾਰੀਆਂ ਇਹ ਹੁੰਦੀਆਂ ਹਨ ਨਾ, ਜੱਦੀ ਪੁਸ਼ਤੀ, ਇਹ ਕਿਵੇਂ ਲੱਗਦੀਆਂ ਹਨ? ਇਹ ਵੀ ਖੁਰਾਕ ਦੀ ਕਮੀ ਦੇ ਕਰਕੇ ਵੀ ਹੋ ਜਾਂਦੀਆਂ ਹਨ। ਦੇ ਆਰ ਅੰਡਰਨੋਰਿਸ਼ਡ ਐਂਡ ਡਰਟੀ, ਗੰਦੇ ਹਨ ਉਹ। ਦੇ ਲਿਵ ਇਨ ਡਾਰਕ, ਹਨੇਰੇ ਵਿੱਚ ਰਹਿੰਦੇ ਹਨ। ਨੈਰੋ ਕ੍ਰੈਂਪਡ, ਬੜੇ ਤੰਗ ਏਰੀਆ ਅੰਡਰ ਪੋਲਿਊਟਡ ਡਾਰਕ ਸਕਾਈ, ਬੜੇ ਤੰਗ ਏਰੀਏ ਦੇ ਵਿੱਚ ਰਹਿੰਦੇ ਹਨ, ਇੱਕ ਪੋਲਿਊਟਡ ਡਾਰਕ ਸਕਾਈ ਦੇ ਅੰਡਰ ਰਹਿੰਦੇ ਹਨ। ਇਹ ਕੋਈ ਸਾਫ਼ ਵਾਤਾਵਰਨ ਨਹੀਂ ਹੈ ਜਿੱਥੇ ਇਹ ਰਹਿੰਦੇ ਹਨ। ਦੇ ਹੈਵ ਨੋ ਹੋਪ ਆਫ ਐਨੀ ਚੇਂਜ ਇਨ ਦੇਅਰ ਫਿਊਚਰ। ਅੱਗੇ ਭਵਿੱਖ ਦੇ ਵਿੱਚ ਵੀ ਉਹਨਾਂ ਦੇ ਕੋਲ ਕੀ ਹੈ? ਕੋਈ ਆਸ ਨਹੀਂ ਹੈ ਕਿ ਉਹਨਾਂ ਦਾ ਭਵਿੱਖ ਬਦਲੇਗਾ, ਕੋਈ ਚੰਗੀ ਆਸ ਨਹੀਂ ਹੈ ਕਿ ਉਹਨਾਂ ਦੇ ਚੰਗੇ ਦਿਨ ਅੱਗੇ ਆਉਣਗੇ, ਉਹਨਾਂ ਨੂੰ ਇਸ ਤਰ੍ਹਾਂ ਦੀ ਕੋਈ ਉਮੀਦ ਨਹੀਂ ਹੈ। ਨੈਕਸਟ ਕੁਐਸਚਨ ਇਜ਼ ਹਾਊ ਕੈਨ ਪਾਵਰਫੁਲ ਪੀਪਲ ਇੰਪਰੂਵ ਦਾ ਲੋਟ ਆਫ ਸਲਮ ਚਿਲਡਰਨ? ਹੁਣ ਵੇਖੋ, ਜੋ ਪਾਵਰਫੁਲ ਲੋਕ ਹਨ ਸਮਾਜ ਦੇ, ਜਿਨ੍ਹਾਂ ਦੇ ਹੱਥਾਂ ਵਿੱਚ ਕੀ ਹੈ? ਸਮਾਜ ਦੀ ਵਾਂਗਡੋਰ ਹੈ, ਅਮੀਰ ਲੋਕ ਹਨ, ਉਹ ਕਿਵੇਂ ਇਹਨਾਂ ਬੱਚਿਆਂ ਦੀ, ਸਲਮ ਚਿਲਡਰਨ ਦੀ ਹਾਲਤ ਕਿਵੇਂ ਸੁਧਾਰ ਸਕਦੇ ਹਨ? ਪਾਵਰਫੁਲ ਪੀਪਲ ਕੈਨ ਇੰਪਰੂਵ ਦਾ ਲਾਈਫ ਆਫ ਸਲਮ ਚਿਲਡਰਨ ਬਾਏ ਰਿਮੂਵਿੰਗ ਦਾ ਇਨਜਸਟਿਸ। ਕਿਸ ਚੀਜ਼ ਨੂੰ ਰਿਮੂਵ ਕਰਕੇ? ਸਮਾਜ ਦੇ ਵਿੱਚੋਂ ਜੋ ਬੇਇਨਸਾਫੀ ਹੈ ਉਸ ਨੂੰ ਰਿਮੂਵ ਕਰਕੇ ਕੀ ਕਰ ਸਕਦੇ ਹਨ? ਉਹ ਇਹਨਾਂ ਬੱਚਿਆਂ ਦੇ ਜੀਵਨ ਨੂੰ ਸੁਧਾਰ ਸਕਦੇ ਹਨ। ਇਨਜਸਟਿਸ ਐਂਡ ਸੋਸ਼ਲ ਇਨਇਕੁਐਲਿਟੀ, ਜੋ ਸਮਾਜਿਕ ਇਨਇਕੁਐਲਿਟੀ ਹੈ, ਇਸ ਚੀਜ਼ ਨੂੰ ਦੂਰ ਕਰਕੇ ਇਹਨਾਂ ਬੱਚਿਆਂ ਦੀ ਹਾਲਤ ਨੂੰ ਸੁਧਾਰ ਸਕਦੇ ਹਨ। ਸੋ ਦੈਟ ਦੇਅਰ ਚਿਲਡਰਨ ਡੂ ਨਾਟ ਗੈਟ ਲੋਸਟ ਇਨ ਦਾ ਫੌਗੀ ਸਲਮ, ਤਾਂ ਕਿ ਜੋ ਇਹ ਬੱਚੇ ਹਨ ਇਹਨਾਂ ਫੌਗੀ ਸਲਮਸ ਦੇ ਵਿੱਚ, ਇਹਨਾਂ ਧੂੜ ਭਰੇ ਸਲਮਸ ਦੇ ਵਿੱਚ ਉਹ ਕਿਤੇ ਗੁੰਮ ਨਾ ਹੋ ਜਾਣ। ਇਸ ਲਈ ਉਹਨਾਂ ਦੀ ਹਾਲਤ, ਉਹ ਜੋ ਅਮੀਰ ਲੋਕ ਹਨ, ਸਮਾਜ ਦੇ ਚਲਾਉਣ ਵਾਲੇ ਲੋਕ ਹਨ, ਇਹ ਉਹਨਾਂ ਦੀ ਹਾਲਤ ਨੂੰ ਸੁਧਾਰ ਸਕਦੇ ਹਨ। What according to the poet is the only hope of the slum children? ਹੁਣ ਇਹ ਕੁਐਸਚਨ ਕੀ ਹੈ ਵੀ ਲੇਖਕ ਦੇ ਅਨੁਸਾਰ ਇੱਕੋ ਇੱਕ ਆਸ ਕੀ ਹੈ ਇਹਨਾਂ ਬੱਚਿਆਂ ਦੀ, ਜੋ ਸਲਮ ਚਿਲਡਰਨ ਹਨ, ਇਹਨਾਂ ਦੀ ਇੱਕੋ ਇੱਕ ਆਸ ਕੀ ਹੈ? According to the poet, the only hope for the children lies in the hands of inspector, visitors and governors. ਦੇਖੋ ਕਿ ਇੱਕੋ ਇੱਕ ਆਸ ਹੈ ਇਹਨਾਂ ਬੱਚਿਆਂ ਦੀ ਕਿ ਕੋਈ ਇਨਸਪੈਕਟਰ, ਕੋਈ ਵਿਜ਼ਟਰ ਜਾਂ ਗਵਰਨਰਸ, ਇਹ ਜੋ ਸਮਾਜ ਨੂੰ ਚਲਾਉਣ ਵਾਲੇ ਲੋਕ ਹਨ, ਲੀਡਰ ਹਨ ਸਮਾਜ ਦੇ, ਇਹਨਾਂ ਦੇ ਵੱਲ, ਇਹਨਾਂ ਗਰੀਬ ਲੋਕਾਂ ਦੀ, ਸਲਮ ਚਿਲਡਰਨ ਹਨ, ਜੋ ਇਹਨਾਂ ਦੀ ਆਸ ਹੈ ਕਿ ਇਹ ਇਹਨਾਂ ਦੀ ਹਾਲਤ ਸੁਧਾਰ ਸਕਦੇ ਹਨ। They should take immediate action to provide them with equal opportunities. ਇਹਨਾਂ ਨੂੰ ਕੀ ਹੈ? ਤੁਰੰਤ ਕੋਈ ਐਕਸ਼ਨ ਲੈਣਾ ਚਾਹੀਦਾ ਹੈ ਇਹਨਾਂ ਗਰੀਬ ਬੱਚਿਆਂ ਨੂੰ ਬਰਾਬਰ ਓਪਰਚੁਨਿਟੀਜ਼ ਦਿਵਾਉਣ ਦੇ ਲਈ। ਫॉर ਐਜੂਕੇਸ਼ਨ, ਸਿੱਖਿਆ ਦੇ ਲਈ। ਸੋ ਦੈਟ ਦੇ ਕੈਨ ਮੂਵ ਆਊਟ ਆਫ ਦੇਅਰ ਸਲਮਸ, ਤਾਂ ਕਿ ਉਹ ਆਪਣੇ ਸਲਮਸ ਦੇ ਵਿੱਚੋਂ ਬਾਹਰ ਆ ਸਕਣ। ਐਂਡ ਬੀ ਪਾਰਟ ਆਫ ਦਾ ਰੀਅਲ ਵਰਲਡ, ਅਤੇ ਇੱਕ ਜੋ ਅਸਲੀ ਸੰਸਾਰ ਹੈ ਉਸ ਦਾ ਹਿੱਸਾ ਬਣ ਸਕਣ। Next question is, what does the poet hope for in the lives of slum children? ਹੁਣ ਇਹ ਵੇਖੋ, ਜੋ ਕਵੀ ਹੈ ਉਹ ਕੀ ਆਸ ਕਰਦਾ ਹੈ in the lives of slum children, ਕੀ ਆਸ ਹੈ ਉਹਨਾਂ slum children ਦੇ ਜੀਵਨ ਦੇ ਵਿੱਚ? The poet hopes that the children will get rid of their poverty, ਵੀ ਆਪਣੀ ਜੋ ਪਾਵਰਟੀ ਤੋਂ ਕੀ ਹੈ ਇਹ ਛੁਟਕਾਰਾ ਪਾ ਲੈਣਗੇ। ਦੁਬਾਰਾ ਕੁਐਸਚਨ ਰੀਡ ਕਰਦੇ ਆਪਾਂ। What does the poet hope for in the lives of slum children? ਪੋਇਟ ਕੀ ਆਸ ਕਰਦਾ ਹੈ ਇਹਨਾਂ ਸਲਮ ਚਿਲਡਰਨ ਦੇ ਜੀਵਨ ਦੇ ਬਾਰੇ? ਕੀ ਆਸ ਕਰਦਾ ਹੈ? ਪੋਇਟ ਨੂੰ ਕੀ ਆਸ ਹੈ?
The poet hopes that the children will get rid of their poverty, ਆਪਣੀ ਗਰੀਬੀ ਤੋਂ ਛੁਟਕਾਰਾ ਪਾ ਲੈਣਗੇ, and will be nourished properly, ਅਤੇ ਇਹਨਾਂ ਨੂੰ ਵੀ ਕੀ ਹੈ, ਸਹੀ ਪਾਲਣ ਪੋਸ਼ਣ ਇਹਨਾਂ ਦਾ ਹੋਵੇਗਾ। The doors of the world will be thrown open to them, ਸੰਸਾਰ ਦੇ ਦਰਵਾਜ਼ੇ ਇਹਨਾਂ ਦੇ ਲਈ ਖੋਲ ਦਿੱਤੇ ਜਾਣਗੇ। They will get a quality education and equality life, quality life, ਇਹ ਕੀ ਹੈ, ਇੱਕ ਬਰਾਬਰ ਕੁਆਲਿਟੀ ਐਜੂਕੇਸ਼ਨ, ਚੰਗੀ ਕੁਆਲਿਟੀ ਦੀ ਐਜੂਕੇਸ਼ਨ ਪ੍ਰਾਪਤ ਕਰਨਗੇ, ਐਂਡ ਕੁਆਲਿਟੀ ਲਾਈਫ, ਅਤੇ ਵਧੀਆ ਕੁਆਲਿਟੀ ਦਾ ਉੱਚ ਪੱਧਰੀ ਜੀਵਨ ਇਹ ਬੱਚੇ ਵੀ ਜਿਉਣਗੇ। ਇਹ ਪੋਇਟ ਨੂੰ ਆਸ ਹੈ ਕਿ ਕਦੇ ਨਾ ਕਦੇ ਇਹਨਾਂ ਦੇ ਜੀਵਨ ਵਿੱਚ ਸੁਧਾਰ ਜ਼ਰੂਰ ਹੋਵੇਗਾ। ਹਾਊ ਹੈਜ਼ ਦ ਪੋਇਟ ਐਕਸਪ੍ਰੈਸਡ ਹਿਜ਼ ਡਿਸਪੇਅਰ ਐਂਡ ਹੋਪ, ਲੇਖਕ ਨੇ ਕਿਵੇਂ ਆਪਣੀ ਨਿਰਾਸ਼ਾ ਐਂਡ ਹੋਪ ਅਤੇ ਇੱਕ ਆਸ ਕਿਵੇਂ ਸ਼ੋਅ ਕੀਤੀ ਹੈ। The poet has expressed his despair through the paper-thin boy who has inherited his father's gnarling disease। ਹੁਣ ਇਹ ਵੇਖੋ, ਪੋਇਟ ਨੇ ਆਪਣੀ ਜੋ ਨਿਰਾਸ਼ਾ ਸ਼ੋਅ ਕੀਤੀ ਹੈ ਇਸ ਪੋਇਮ ਦੇ ਵਿੱਚ, ਉਹ ਕਿਹਦੇ ਦੁਆਰਾ, ਇੱਕ ਪੇਪਰ ਥਿਨ ਬॉय ਦੁਆਰਾ, ਜੋ ਇੱਕ ਕਾਗਜ਼ ਦੇ ਵਾਂਗ ਪਤਲਾ ਇੱਕ ਲੜਕਾ ਕਲਾਸ ਦੇ ਵਿੱਚ ਬੈਠਾ ਨਾ, ਉਹਨੂੰ ਦੇਖ ਕੇ ਪੋਇਟ ਨੇ ਕੀ ਆਪਣੀ ਨਿਰਾਸ਼ਾ ਸ਼ੋਅ ਕੀਤੀ ਹੈ। who has inherited, ਜਿਸ ਨੂੰ ਕੀ ਹੈ, ਆਪਣੇ ਪਿਤਾ ਤੋਂ ਵਿਰਾਸਤ ਵਿੱਚ ਕੀ ਮਿਲੀ ਹੈ, ਹਿਜ਼ ਫਾਦਰਜ਼ ਗਨਾਰਲਿੰਗ ਡਾਈਸੀਜ਼, ਜੋ ਆਪਣੇ ਪਿਤਾ ਦੀ ਗਨਾਰਲਿੰਗ, ਇੱਕ ਹੱਡੀਆਂ ਦੀ ਵੱਡੀ ਬਿਮਾਰੀ ਦਾ ਕੀ ਹੈ, ਇਨਹੈਰਿਟਿਡ ਹੈ, ਉਸ ਨੂੰ ਵਿਰਾਸਤ ਵਿੱਚੋਂ ਮਿਲੀ ਹੋਈ ਹੈ। ਐਂਡ ਹਿਜ਼ ਹੋਪ, ਅਤੇ ਆਪਣੀ ਆਸ ਕਿਵੇਂ ਸ਼ੋਅ ਕਰਦਾ ਹੈ ਪੋਇਟ, ਥਰੂ ਦਾ ਅਨਨੋਟਡ ਬॉय, ਇੱਕ ਹੋਪ ਵੀ ਸ਼ੋਅ ਕਰਦਾ ਹੈ ਪੋਇਟ, ਉਹ ਕਿਸ ਦੇ ਦੁਆਰਾ, ਇੱਕ ਅਨਨੋਟਡ ਬॉय ਹੈ, ਜਿਸ ਲੜਕੇ ਵੱਲ ਧਿਆਨ ਨਹੀਂ ਦਿੱਤਾ ਜਾ ਰਿਹਾ, ਉਹ ਵੀ ਕਲਾਸ ਵਿੱਚ ਪਿੱਛੇ ਇੱਕ ਬੱਚਾ ਬੈਠਾ ਹੈ ਨਾ, ਪੋਇਮ ਦੇ ਵਿੱਚ ਆਪਾਂ ਪੜ੍ਹਿਆ ਸੀ ਕਿ ਇੱਕ ਅਨਨੋਟਡ ਬॉय ਹੈ, ਹੂ ਸਿਟਸ ਔਨ ਦਾ ਲਾਸਟ ਸੀਟ, ਜੋ ਪਿਛਲੀ ਸੀਟ ਉੱਪਰ ਬੈਠਾ ਹੈ, ਐਂਡ ਡ੍ਰੀਮਸ ਆਫ ਸਕੁਐਲਸ ਗੇਮ, ਅਤੇ ਕਿਸ ਦੇ ਸੁਪਨੇ ਲੈ ਰਿਹਾ ਹੈ, ਇੱਕ ਗਿਲਹਰੀ ਦੀ ਗੇਮ ਦੇ ਸੁਪਨੇ ਲੈ ਰਿਹਾ ਹੈ, ਆਊਟਸਾਈਡ ਦਾ ਕਲਾਸਰੂਮ ਇਨ ਦਾ ਟਰੀ ਟਰੰਕ, ਜੋ ਕਲਾਸਰੂਮ ਦੇ ਬਾਹਰ ਇੱਕ ਦਰਖਤ ਦੇ ਤਣੇ ਦੇ ਵਿੱਚ ਕੋਈ ਖੁੱਡ ਵਗੈਰਾ ਹੋਵੇਗੀ, ਉੱਥੇ ਉਹ ਖੇਡ ਰਹੀ ਹੈ, ਤੇ ਉਸ ਤਰ੍ਹਾਂ ਦੇ ਸੁਪਨੇ ਇਹ ਬੱਚਾ ਲੈ ਰਿਹਾ ਹੈ, ਕਿਉਂਕਿ ਇਹ ਬੱਚਾ ਵੀ ਆਜ਼ਾਦੀ ਚਾਹੁੰਦਾ ਹੈ। ਤੇ ਇਹਨਾਂ ਜੋ ਚਾਰ ਦੀਵਾਰਾਂ ਹਨ ਉਸ ਦੇ ਕਲਾਸਰੂਮ ਦੀਆਂ, ਇੱਥੇ ਉਹ ਕੈਦ ਹੋ ਕੇ ਨਹੀਂ ਰਹਿਣਾ ਚਾਹੁੰਦਾ, ਉਸ ਸਕੁਐਲ ਦੇ ਵਾਂਗ ਹੀ ਇਹ ਵੀ ਕੀ ਹੈ, ਆਜ਼ਾਦ ਘੁੰਮਣਾ ਚਾਹੁੰਦਾ ਹੈ। ਹੁਣ ਇਹ ਵੇਖੋ, ਇਸ ਤਰ੍ਹਾਂ ਕੀ ਹੈ, ਇੱਕ ਆਸ ਸ਼ੋਅ ਕੀਤੀ ਹੈ, ਕਿਉਂਕਿ ਪੋਇਟ ਸ਼ੋਅ ਕਰ ਰਿਹਾ ਹੈ ਕਿ ਬੱਚੇ ਨੂੰ ਆਸ ਹੈ ਇੱਕ ਚੰਗੇ ਜੀਵਨ ਦੀ, ਇੱਕ ਆਜ਼ਾਦੀ ਵਾਲੇ ਜੀਵਨ ਦੀ, ਖੁੱਲ੍ਹੇ ਵਾਤਾਵਰਨ ਵਿੱਚ ਖੇਡਣ ਦੀ। ਤਾਂ ਇਸ ਤਰ੍ਹਾਂ ਇੱਕ ਆਸ ਹੈ, ਜੋ ਜੇਕਰ ਆਸ ਹੋਵੇਗੀ ਤਾਂ ਹੀ ਉਹ ਪੂਰੀ ਹੁੰਦੀ ਹੈ, ਤੇ ਇਸ ਬੱਚੇ ਦੁਆਰਾ ਪੋਇਟ ਨੇ ਕੀ ਹੈ, ਇੱਕ ਆਸ ਵੀ ਸ਼ੋਅ ਕੀਤੀ ਹੈ ਕਿ ਇਹਨਾਂ ਬੱਚਿਆਂ ਦਾ ਜੀਵਨ ਕੀ ਹੈ, ਕਿਸੇ ਨਾ ਕਿਸੇ ਦਿਨ ਜ਼ਰੂਰ ਸੁਧਰੇਗਾ। 10th ਕੁਐਸਚਨ ਹੈ, ਵਾਈ ਡੋਂਟ ਦ ਮੈਪਸ ਐਂਡ ਦ ਪਿਕਚਰਸ ਹੈਵ ਐਨੀ ਰੈਲੇਵੈਂਸ ਟੂ ਦ ਚਿਲਡਰਨ ਆਫ ਦ ਸਲਮ। ਹੁਣ ਇਹ ਵੇਖੋ, ਜੋ ਮੈਪਸ ਹਨ, ਪਿਕਚਰਸ ਹਨ, ਇਹਨਾਂ ਦਾ ਕਿਸੇ ਵੀ ਤਰ੍ਹਾਂ ਦਾ ਕੋਈ ਰੈਲੇਵੈਂਸ ਕਿਉਂ ਨਹੀਂ ਹੈ, ਕੋਈ ਸੰਬੰਧ ਕਿਉਂ ਨਹੀਂ ਹੈ ਇਹਨਾਂ ਸਲਮ ਚਿਲਡਰਨ ਦੇ ਨਾਲ। ਦ ਮੈਪਸ ਐਂਡ ਦ ਪਿਕਚਰ ਦੈਟ ਡੈਕੋਰੇਟ ਦ ਕਲਾਸਰੂਮ ਵਾਲਸ ਬਿਲੋਂਗ ਟੂ ਦ ਵਰਲਡ ਆਫ ਰਿਚ, ਜੋ ਪਿਕਚਰਸ ਹਨ, ਮੈਪ ਹੈ, ਕਲਾਸਰੂਮ ਦੀਆਂ ਵਾਲਸ ਦੇ ਉੱਪਰ ਹੈ, ਇਹ ਕੀ ਹੈ, ਇੱਕ ਅਮੀਰ ਸੰਸਾਰ ਨਾਲ ਸੰਬੰਧਿਤ ਹੈ। There is a big gap between the world in which the slum children live and the world of the rich। ਇੱਕ ਵੱਡਾ ਗੈਪ ਹੈ ਇਹਨਾਂ ਦੇ ਵਿਚਕਾਰ, ਜਿਸ ਵਿੱਚ ਇਹ ਸਲਮ ਚਿਲਡਰਨ ਰਹਿ ਰਹੇ ਹਨ ਉਸ ਸੰਸਾਰ ਵਿੱਚ, ਅਤੇ ਅਮੀਰਾਂ ਦੇ ਸੰਸਾਰ ਵਿੱਚ ਇੱਕ ਵੱਡਾ ਗੈਪ ਹੈ, ਕਿਉਂਕਿ ਪਿਕਚਰਸ ਤਾਂ ਕਿਸ ਦਿਖਾਈਆਂ ਗਈਆਂ, ਇੱਕ ਹੋਰ ਹੀ ਸੰਸਾਰ ਦੀਆਂ, ਇੱਕ ਅਮੀਰ ਸੰਸਾਰ ਦੀਆਂ ਪਿਕਚਰ ਦਿਖਾਈਆਂ ਗਈਆਂ, ਜਿਸ ਨਾਲ ਇਹਨਾਂ ਬੱਚਿਆਂ ਦੇ ਜੀਵਨ ਦਾ ਕੋਈ ਸੰਬੰਧ ਨਹੀਂ ਹੈ। ਦ ਬਿਊਟੀਫੁਲ ਵਾਲ ਹੈਂਗਿੰਗਸ ਕੈਨੋਟ ਚੀਰ ਦੈਮ, ਇਹ ਜੋ ਸੁੰਦਰ ਵਾਲ ਹੈਂਗਿੰਗਸ ਹਨ ਨਾ, ਤਸਵੀਰਾਂ ਹਨ, ਇਹਨਾਂ ਬੱਚਿਆਂ ਨੂੰ ਖੁਸ਼ ਨਹੀਂ ਕਰ ਸਕਦੀਆਂ। ਐਜ਼ ਦੇ ਆਰ ਡਿਸੀਜ਼ਡ ਐਂਡ ਸਫਰ ਫਰੋਮ ਮਾਲਨਿਊਟ੍ਰੀਸ਼ਨ ਐਂਡ ਦੇਅਰ ਫਿਊਚਰ ਇਜ਼ ਫੁੱਲ ਆਫ ਅਨਸਰਟੇਨਟੀਜ਼, ਅਤੇ ਇਹ ਕੀ ਹਨ, ਇਹ ਬੱਚੇ ਹਨ ਜੋ ਬਿਮਾਰ ਹਨ ਅਤੇ ਇੱਕ ਮਾਲਨਿਊਟ੍ਰੀਸ਼ਨ ਤੋਂ ਪੀੜਤ ਹਨ, ਕਿਉਂਕਿ ਇਹਨਾਂ ਨੂੰ ਸਹੀ ਤਰੀਕੇ ਨਾਲ ਕੀ ਹੈ, ਭੋਜਨ ਨਹੀਂ ਮਿਲ ਰਿਹਾ, ਅਤੇ ਇਹਨਾਂ ਦਾ ਫਿਊਚਰ ਹੈ ਜਿਹੜਾ ਉਹ ਕੀ ਹੈ, ਫੁੱਲ ਆਫ ਅਨਸਰਟੇਨਟੀਜ਼, ਵੀ ਕੋਈ ਪੱਕਾ ਨਹੀਂ ਹੈ, ਕੋਈ ਸਰਟੇਨ ਨਹੀਂ ਹੈ ਇਹਨਾਂ ਦੇ ਜੀਵਨ ਦੇ ਵਿੱਚ। ਕਲੀਅਰ, ਉਸ ਚੀਜ਼ ਤੋਂ ਇਹਨਾਂ ਦਾ ਜੀਵਨ ਪ੍ਰਭਾਵਿਤ ਹੈ, ਕੋਈ ਇਹਨਾਂ ਨੂੰ ਆਪਣੇ ਭਵਿੱਖ ਦਾ ਨਹੀਂ ਪਤਾ ਕਿ ਸਾਡਾ ਭਵਿੱਖ ਕਿਸ ਤਰ੍ਹਾਂ ਦਾ ਹੋਵੇਗਾ, ਅਗਲਾ ਦਿਨ ਕਿਸ ਤਰ੍ਹਾਂ ਦਾ ਆਵੇਗਾ, ਸਾਨੂੰ ਭੋਜਨ ਮਿਲੇਗਾ ਕਿ ਨਹੀਂ ਮਿਲੇਗਾ। ਇਸ ਤਰ੍ਹਾਂ ਦੇ ਇਹ ਗਰੀਬ ਬੱਚੇ ਹਨ, ਤੇ ਜੋ ਪਿਕਚਰਸ ਹਨ ਉਹਨਾਂ ਦਾ ਤਾਂ ਇਹਨਾਂ ਦੇ ਰੀਅਲ ਲਾਈਫ ਦੇ ਨਾਲ ਬੱਚਿਆਂ ਦੇ ਕੋਈ ਦੂਰ ਦੂਰ ਦਾ ਵੀ ਕੋਈ ਵਾਸਤਾ ਨਹੀਂ ਹੈ। 11th question is,
it is your last question. What is meant by white and green leaves? ਹੁਣ ਇਹ ਵੇਖੋ ਬੇਟੇ, ਜੋ ਪੋਇਮ ਦੇ ਵਿੱਚ ਦੱਸਿਆ ਗਿਆ ਵਾਈਟ ਅਤੇ ਗ੍ਰੀਨ ਲੀਵਸ ਦਾ ਇੱਥੇ ਕੀ ਮਤਲਬ ਦੱਸਿਆ ਗਿਆ ਪੋਇਮ ਦੇ ਵਿੱਚ. ਦ ਪੋਇਟ wants to express the idea that the white leaves of the books and green leaves of the trees would play an equally importance. ਪੋਇਟ ਕੀ ਕਹਿ ਚਾਹੁੰਦਾ ਹੈ, ਆਪਣਾ ਇੱਕ ਵਿਚਾਰ ਪੇਸ਼ ਕਰਨਾ ਚਾਹੁੰਦਾ ਹੈ ਕਿ ਜੋ ਵਾਈਟ ਲੀਵਸ ਹਨ ਬੁੱਕਸ ਦੇ, ਯਾਨੀ ਕਿ ਬੁੱਕਸ ਦੇ ਪੰਨਿਆਂ ਨੂੰ ਵਾਈਟ ਲੀਵਸ ਕਿਹਾ ਗਿਆ, ਐਂਡ ਗ੍ਰੀਨ ਲੀਵਸ ਆਫ ਦਾ ਟਰੀਜ਼, ਜੋ ਹਰਿਆਲੀ ਹੈ ਪੱਤਿਆਂ ਨੂੰ, ਦਰਖਤਾਂ ਦੇ ਪੱਤਿਆਂ ਨੂੰ ਗ੍ਰੀਨ ਲੀਵਸ ਕਿਹਾ ਗਿਆ, ਵੁੱਡ ਪਲੇ ਐਨ ਇਕੁਅਲੀ ਇੰਪੋਰਟੈਂਸ. ਇਹ ਕੀ ਹੈ, ਇੱਕ ਬਰਾਬਰ ਮਹੱਤਤਾ ਪਲੇ ਕਰਨਗੇ, ਇਕੁਅਲੀ ਇੰਪੋਰਟੈਂਟ ਰੋਲ ਇਨ ਦਾ ਗਰੋਥ ਆਫ ਦੇਅਰ ਲਾਈਫ. ਇਹਨਾਂ ਬੱਚਿਆਂ ਦੇ ਜੀਵਨ ਵਿੱਚ ਇਹ ਕੀ ਹੈ, ਦੋਵੇਂ ਬਰਾਬਰ ਰੋਲ ਨਿਭਾਉਣਗੇ ਇਹਨਾਂ ਦੇ ਜੀਵਨ ਦੇ ਵਾਧੇ ਦੇ ਵਿੱਚ, ਜੀਵਨ ਦੀ ਤਰੱਕੀ ਦੇ ਵਿੱਚ. ਦ ਬੁੱਕਸ ਐਂਡ ਨੇਚਰ ਬੋਥ ਵੁੱਡ ਇੰਪਾਰਟ ਦੈਮ ਐਜੂਕੇਸ਼ਨ. ਇਹ ਦੋਵੇਂ ਹੀ, ਕਿਤਾਬਾਂ ਵੀ ਅਤੇ ਜੋ ਨੇਚਰ ਹੈ, ਇਹ ਦੋਵੇਂ ਹੀ ਇਹਨਾਂ ਬੱਚਿਆਂ ਨੂੰ ਕੀ ਹੈ, ਐਜੂਕੇਸ਼ਨ ਦੇਵੇਗੀ. ਓਕੇ ਸਟੂਡੈਂਟਸ, these are some important question and I hope you have understood these all the question and these question will help you to understand the poem and the whole poem's revision will be very easy for you if you read all these questions thoroughly. Thanks.